9 ਵਜੇ ਅਸੀਂ ਇੱਕ ਵੀਡੀਓ ਪੋਸਟ ਕਰਿਆ ਕਰਾਂਗੇ ਜਿਹਦੇ ਵਿੱਚ ਅਸੀਂ ਲਾਈਵ ਕੇਸਿਸ ਤੁਹਾਡੇ ਨਾਲ ਡਿਸਕਸ ਕਰਿਆ ਕਰਾਂਗੇ। ਉਹਦੀ ਵਾਈਫ ਨੇ ਲਿਖਿਆ ਹੋਇਆ ਸੀ ਕਿ ਆਈ ਐਮ ਸਬਮਿਟਿੰਗ ਪ੍ਰੋਫਾਈਲ ਆਫ ਮਾਈ ਹਸਬੈਂਡ। ਉਹਦੀ ਫਾਈਲ ਦੇ ਵਿੱਚ 3-4 TT ਕਾਪੀਜ਼ ਮਤਲਬ ਮੈਂ ਤੁਹਾਨੂੰ ਕਹਾਂ ਕਿ ਉਹਦੇ 'ਚ ਉਹਨਾਂ ਨੇ ਟ੍ਰਾਂਜੈਕਸ਼ਨ ਦਾ ਪ੍ਰੂਫ ਦਿਖਾਇਆ ਹੋਇਆ ਸੀ। TT ਕਾਪੀਜ਼ ਦਿਖਾਈਆਂ ਸੀ ਕਿ ਇਹ ਪੈਸੇ ਮੈਂ ਤੁਹਾਨੂੰ ਉਸ ਕੈਂਡੀਡੇਟ ਦਾ ਨਾਮ ਦੱਸ ਦਿੰਦਾ। ਫਾਦਰ ਦੇ ਵੀ ਆਪਣੇ ਕੁਝ ਖਰਚੇ ਹੈ, ਫਾਦਰ ਨੇ ਫੈਮਿਲੀ ਦੀ ਟੇਕ ਕੇਅਰ ਕਰਨੀ ਹੈ, ਤਾਂ ਉਹਦੇ 'ਚੋਂ ਹਰਜੀਤ ਸਿੰਘ ਦਾ ਬੈਲੈਂਸ ਹਰਜੀਤ ਸਿੰਘ ਮੰਨ ਕੇ ਚੱਲ ਰਿਹਾ ਕਿ ਮੇਰੇ ਕੋਲ 10 ਲੱਖ ਰੁਪਏ ਜਦਕਿ ਐਮਬੈਸੀ ਦੇ ਨਜ਼ਰ 'ਚ ਉਹਦੇ ਕੋਲ 5 ਲੱਖ ਰੁਪਏ। ਇਹ ਜੀ ਵੱਡੀ ਗਲਤੀ ਜਾ ਰਿਹਾ, ਇਹ ਵੀਜ਼ਾ ਲੈਣ ਲਈ ਵਧਾਇਆ ਜਾ ਰਿਹਾ। ਸੋ ਇਹ ਗਲਤੀ ਪਲੀਜ਼ ਤੁਸੀਂ ਨਾ ਕਰਿਓ। ਉਸ ਤੋਂ ਬਾਅਦ ਜਿਹੜਾ ਜਿੱਦਾਂ ਅਸੀਂ ਗੱਲ ਕਰਦੇ ਹੁੰਦੇ ਕਿ ਮੈਰਿਜ ਦੀ ਜੈਨੂਇਨਿਟੀ ਕਿੱਦਾਂ ਚੈੱਕ ਹੁੰਦੀ ਹੈ, ਮੈਰਿਜ ਦੀ ਜੈਨੂਇਨਿਟੀ ਤੇ ਵੀ ਉਹਨਾਂ ਨੇ ਕਿ 5 ਫੋਟੋਗ੍ਰਾਫਸ ਇਸ ਕਰਕੇ ਘੱਟ ਲਾਈਆਂ ਜਾਂਦੀਆਂ ਕਿ ਫਾਈਲ ਦਾ ਜਿਹੜਾ ਸਾਈਜ਼ ਹੁੰਦਾ ਉਹ ਸਿਰਫ 4 MB ਦਾ ਹੁੰਦਾ। 4 MB ਦੀ ਫਾਈਲ ਹੀ ਅਪਲੋਡ ਹੋ ਸਕਦੀ। ਨੋ ਡਾਊਟ ਫਾਈਲ ਦਾ ਸਾਈਜ਼ 4 MB ਤੋਂ ਵੱਡਾ ਨਹੀਂ ਹੋ ਸਕਦਾ, ਪਰ ਕੁੜੀ ਦੇ ਪੈਰੈਂਟਸ ਪਿੱਛੇ ਖੜੇ ਆਸ਼ੀਰਵਾਦ ਦੇ ਰਹੇ ਆ, ਦੂਜੇ ਦੇ ਵਿੱਚ ਮੁੰਡੇ ਦੇ ਪੈਰੈਂਟਸ ਪਿੱਛੇ ਖੜੇ ਆਸ਼ੀਰਵਾਦ ਦੇ ਰਹੇ ਆ, ਜਦਕਿ ਉਹਦੀ ਅਗਰ ਐਲਬਮ ਦੇਖਦੇ ਆ ਤਾਂ ਉਹਦੇ 'ਚ 400-500 ਦੇ ਜ਼ਿਆਦਾ ਘੱਟ ਸੀ। ਬਣਿਆ ਉਹਦੇ ਵੀਜ਼ਾ ਰਿਫਿਊਜ਼ ਹੋਣ ਦਾ। ਸੋ ਇਹ ਸਾਡਾ ਅੱਜ ਦਾ ਕੇਸ ਸੀਗਾ। ਤੇ ਤੁਹਾਨੂੰ ਅਗਰ ਵੀਡੀਓ ਦੇ ਵਿੱਚ ਤੁਹਾਨੂੰ ਥੋੜੀ ਬਹੁਤ ਵੀ ਅਸੀਂ ਕਹਿੰਦੇ ਇੱਕ ਬੰਦੇ ਨੂੰ ਵੀ ਅਗਰ ਇਨਫੋਰਮੇਸ਼ਨ ਵੀਡੀਓ ਦੇ ਵਿੱਚੋਂ ਕੋਈ ਮਿਲੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸੁਨੀਲ ਚੌਧਰੀ BSPW ਕਰੀਅਰ ਬਿਲਡਰਸ ਤੋਂ। BSPW ਕਰੀਅਰ ਬਿਲਡਰਸ ਜੋ ਕਿ ਪਿਛਲੇ 10 ਸਾਲ ਤੋਂ ਸਟੂਡੈਂਟ ਵੀਜ਼ਾ, ਸਪਾਊਸ ਵੀਜ਼ਾ ਐਂਡ ਓਪਨ ਵਰਕ ਪਰਮਿਟ, ਵਿਜ਼ਿਟਰ ਵੀਜ਼ਾ ਦੇ ਰਿਲੇਟਡ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ। ਅਸੀਂ ਬਹੁਤ ਸਾਰੀਆਂ ਵੀਡੀਓਜ਼ ਜਿਨ੍ਹਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਵਿਊਅਰਸ ਨੂੰ, ਜੋ ਲੋਕ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਅਸੀਂ ਅਲੱਗ-ਅਲੱਗ ਟੌਪਿਕਸ ਦੇ ਉੱਤੇ ਇਨਫੋਰਮੇਸ਼ਨ ਅਸੀਂ ਦੇ ਸਕੀਏ ਕਿ ਕੋਈ ਵੀ ਫਾਈਲ ਅਗਰ ਤੁਸੀਂ ਕਿਸੇ ਵੀ ਕੈਟਾਗਰੀ ਦੇ ਵਿੱਚ ਅਪਲਾਈ ਕਰਨੀ ਹੈ ਤਾਂ ਅਪਲਾਈ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਤੁਸੀਂ ਧਿਆਨ ਰੱਖੋ ਤਾਂ ਕਿ ਜਿਹੜਾ ਤੁਹਾਡਾ ਇੱਕ ਮੋਟਿਵ ਹੈ, ਇੱਕ ਵੀਜ਼ਾ ਲੈਣਾ ਤੁਹਾਡਾ ਮੋਟਿਵ, ਉਹ ਤੁਹਾਡਾ ਮੋਟਿਵ ਜਿਹੜਾ ਹੈ ਉਹ ਪੂਰਾ ਹੋ ਜਾਵੇ। ਇਸੇ ਕੋਸ਼ਿਸ਼ ਦੇ ਵਿੱਚ ਅਸੀਂ ਇੱਕ ਨਵੀਂ ਕੋਸ਼ਿਸ਼ ਦੀ ਕੜੀ ਐਡ ਕਰਨ ਲੱਗੇ ਹਾਂ ਕਿ ਅਸੀਂ ਇੱਕ ਪਲਾਨ ਕੀਤਾ ਹੈ ਕਿ ਹਰ ਰੋਜ਼ ਸ਼ਾਮ ਨੂੰ 9 ਵਜੇ ਅਸੀਂ ਇੱਕ ਵੀਡੀਓ ਪੋਸਟ ਕਰਿਆ ਕਰਾਂਗੇ ਜਿਹਦੇ ਵਿੱਚ ਅਸੀਂ ਲਾਈਵ ਕੇਸਿਸ ਤੁਹਾਡੇ ਨਾਲ ਡਿਸਕਸ ਕਰਿਆ ਕਰਾਂਗੇ। ਲਾਈਵ ਕੇਸਿਸ ਦਾ ਮਤਲਬ ਕਿ ਜਿਹੜੇ ਕੇਸ ਲੋਕਾਂ ਨਾਲ ਹੋਏ ਹੈ, ਜਿਹੜਾ ਕਿਸੇ ਦੀ ਪ੍ਰੋਫਾਈਲ ਕਿਸੇ ਨੇ ਰਿਫਿਊਜ਼ਲ ਫੇਸ ਕੀਤੀ ਹੈ ਜਾਂ ਕਿਸੇ ਪ੍ਰੋਬਲਮ ਆਉਣ ਤੋਂ ਬਾਅਦ ਜੋ ਉਹਨੂੰ ਇੱਕ ਪੋਜ਼ਿਟਿਵ ਰਿਜ਼ਲਟ ਮਿਲਿਆ, ਚਾਹੇ ਉਹ ਸਾਡੇ ਥਰੂ ਮਿਲਿਆ ਚਾਹੇ ਕਿਸੇ ਹੋਰ ਦੇ ਥਰੂ ਮਿਲਿਆ, ਉਹ ਕੇਸਿਸ ਤੁਹਾਡੇ ਨਾਲ ਸ਼ੇਅਰ ਕਰਨ ਦਾ ਸਾਡਾ ਮਕਸਦ ਇਹ ਹੈ ਕਿ ਜਿਹੜੀ ਪ੍ਰੋਬਲਮ ਉਹਨੇ ਫੇਸ ਕੀਤੀ ਹੈ ਉਹ ਪ੍ਰੋਬਲਮ ਤੁਹਾਨੂੰ ਨਾ ਫੇਸ ਕਰਨੀ ਪਵੇ। ਉਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ 'ਚ ਰੱਖ ਕੇ ਪਹਿਲੀ ਵਾਰ 'ਚ ਆਪਣੀ ਫਾਈਲ ਗਲਤੀਆਂ ਨੂੰ ਧਿਆਨ 'ਚ ਰੱਖਦੇ ਹੋਏ ਪਹਿਲੀ ਵਾਰ ਜੀ ਆਪਣੀ ਫਾਈਲ ਇਸ ਤਰੀਕੇ ਤੁਸੀਂ ਸਬਮਿਟ ਕਰੋ ਕਿ ਤੁਹਾਨੂੰ ਜਿਹੜਾ ਤੁਹਾਡਾ ਰਿਜ਼ਲਟ ਹੈ ਉਹ ਪੋਜ਼ਿਟਿਵ ਮਿਲੇ। ਸੋ ਇਹਦੇ ਵਿੱਚ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਸਪਾਊਸ ਵੀਜ਼ਾ ਦੇ ਰਿਲੇਟਡ। ਜਿਹੜੇ ਕੈਂਡੀਡੇਟ ਉਹ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਆ, ਸਾਡੇ ਕੋਲ ਇੱਕ ਸਟੂਡੈਂਟ ਦੀ ਗੁਰਦਾਸਪੁਰ ਤੋਂ ਪਿਛਲੇ ਕੁਝ ਦਿਨਾਂ ਤੋਂ ਉਹ ਸਾਡੇ ਨਾਲ ਕੇਸ ਡਿਸਕਸ ਕਰ ਰਿਹਾ ਸੀ, ਤਾਂ ਅੱਜ ਉਹਨੇ ਆਪਣੇ ਕੇਪਸ ਨੋਟ ਸਾਨੂੰ ਭੇਜੇ। ਤਾਂ ਜਦੋਂ ਉਹਦੇ ਕੇਪਸ ਅਸੀਂ ਪੜ੍ਹੇ ਤਾਂ ਉਹਦਾ ਇੱਕ ਰਿਫਿਊਜ਼ਲ ਹੋਈ ਸੀ। ਤਾਂ ਰਿਫਿਊਜ਼ਲ ਤੋਂ ਬਾਅਦ ਜਿਹੜੇ ਉਹਦੇ ਕੇਸ ਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੇ ਪੁਆਇੰਟ ਹਾਈਲਾਈਟ ਹੋ ਕੇ ਸਾਹਮਣੇ ਆਏ, ਤਾਂ ਮੈਨੂੰ ਲੱਗਿਆ ਕਿ ਵੀਡੀਓ ਬਣਾ ਕੇ ਮੈਨੂੰ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨੇ ਚਾਹੀਦੇ। ਹੋ ਸਕਦਾ ਹੈ ਉਹਦੇ ਵਰਗਾ ਪ੍ਰੋਫਾਈਲ ਤੁਹਾਡਾ ਹੋਵੇ, ਤੁਹਾਡੇ ਕਿਸੇ ਰਿਸ਼ਤੇਦਾਰ ਦਾ, ਮਿੱਤਰ ਸੱਜਣ ਦਾ ਹੋਵੇ, ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਪੁਆਇੰਟਸ ਤੇ ਆਉਂਦੇ ਹਾਂ। ਪਹਿਲੀ ਚੀਜ਼ ਜਿਹੜੀ ਉਹਦੇ ਕੇਸ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਜਦੋਂ ਅਸੀਂ ਕੇਸ ਉਹਦੇ ਪੜ੍ਹੇ, ਤਾਂ ਉਹਦੇ ਵਿੱਚ ਸੀਗਾ ਕਿ ਉਹਦੀ ਇੰਪਲੋਇਮੈਂਟ ਨੂੰ ਲੈ ਕੇ ਉਹ ਬੰਦਾ ਕੰਮ ਕੀ ਕਰ ਰਿਹਾ। ਉਹਦੀ ਵਾਈਫ ਨੂੰ ਗਏ ਆਲਮੋਸਟ 6-8 ਮਹੀਨੇ ਹੋ ਗਏ। ਲਾਸਟ 2019 ਅਕਤੂਬਰ 'ਚ ਉਹਦੀ ਵਾਈਫ ਗਏ ਸੀ। ਉਹਦੀ ਮੈਰਿਜ ਵੀ ਪੁਰਾਣੀ ਹੈ। ਮੈਰਿਜ ਤੋਂ ਬਾਅਦ 4 ਤੋਂ 5 ਮਹੀਨੇ ਦੋਨੋਂ ਇਕੱਠੇ ਵੀ ਰਹੇ ਆ।
ਇਕੱਠੇ ਰਹਿਣ ਤੋਂ ਬਾਅਦ ਉਹਦੇ ਕੋਲ ਆਲਮੋਸਟ ਸਾਰੇ ਡਾਕੂਮੈਂਟ ਵੀ ਸੀਗੇ, ਉਹਦੇ ਕੋਲ ਪ੍ਰੂਫ ਵੀ ਸੀਗੇ, ਮੈਰਿਜ ਸਰਟੀਫਿਕੇਟ ਵੀ ਸੀਗਾ, ਤੇ ਉਹਦੇ ਵਾਈਫ ਦੇ ਕੋਲ ਆਧਾਰ ਕਾਰਡ ਜਿਹਦੇ ਤੇ ਉਹਦੇ ਹਸਬੈਂਡ ਦਾ ਨਾਮ ਅਪਡੇਟਡ ਸੀਗਾ, ਤੇ ਵੋਟਰ ਆਈਡੀ ਕਾਰਡ ਵੀ ਸੀਗਾ, ਵਿਆਹ ਦੀਆਂ ਫੋਟੋਆਂ ਵੀ ਸੀ, ਵਿਆਹ ਵੀ ਪਬਲਿਕਲੀ ਹੋਇਆ ਸੀ, 400-500 ਬੰਦੇ ਦਾ ਇਕੱਠ ਵੀ ਸੀ, ਤੇ ਮੁੰਡੇ ਦੇ ਫਾਈਨੈਂਸਿਸ ਵੀ ਬਹੁਤ ਵਧੀਆ ਸੀਗੇ, ਚੰਗੇ ਪੈਸੇ ਕਮਾ ਵੀ ਰਿਹਾ ਸੀ, ਅਕਾਊਂਟ ਦੇ ਵਿੱਚ ਐਂਟਰੀਆਂ ਵੀ ਚੰਗੀਆਂ ਸੀ, 10 ਲੱਖ ਦੀ FD ਉਹਦੀ ਆਪਣੀ ਸੀਗੀ, ਉਹਦੇ ਫਾਦਰ ਨਾਲ ਜੁਆਇੰਟ ਅਕਾਊਂਟ ਦੇ ਵਿੱਚ ਵੀ ਉਹਦੇ ਕੋਲ 5 ਲੱਖ ਪਏ ਸੀ। ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਉਹਦਾ ਕੇਸ ਰਿਫਿਊਜ਼ ਹੋ ਗਿਆ। ਹੁਣ ਜਦੋਂ ਪੁਆਇੰਟਸ ਜਿਹੜੇ ਨਿਕਲ ਕੇ ਸਾਹਮਣੇ ਆਏ, ਮੈਂ ਉਹ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ। ਪਹਿਲੀ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆਈ, ਉਹਦੀ ਜਿਹੜੀ ਕਵਰਿੰਗ ਲੈਟਰ ਲੱਗੀ ਉਹਦੇ ਵਾਈਫ ਵੱਲੋਂ, ਜਿਹਦੇ ਵਿੱਚ ਇਹ ਚੀਜ਼ ਮੈਂਸ਼ਨਡ ਸੀਗੀ ਕਿ ਉਹਦੀ ਵਾਈਫ ਨੇ ਲਿਖਿਆ ਹੋਇਆ ਸੀ ਕਿ ਆਈ ਐਮ ਸਬਮਿਟਿੰਗ ਪ੍ਰੋਫਾਈਲ ਆਫ ਮਾਈ ਹਸਬੈਂਡ, ਆਈ ਐਮ ਸਬਮਿਟਿੰਗ ਮਾਈ ਹਸਬੈਂਡਸ ਪ੍ਰੋਫਾਈਲ ਔਨ ਹਿਸ ਬਿਹਾਫ। ਫਾਈਲ ਜਦੋਂ ਅਸੀਂ ਸਬਮਿਟ ਕਰਦੇ ਹਾਂ ਤਾਂ ਉਹਦੇ ਵਿੱਚ ਸਬਮਿਟ ਕਰਨ ਤੋਂ ਪਹਿਲਾਂ ਕੁਝ ਕੁਐਸਚਨ ਪੁੱਛੇ ਜਾਂਦੇ ਆ, ਜੋ ਇਮੀਗ੍ਰੇਸ਼ਨ ਵੱਲੋਂ ਪੁੱਛੇ ਜਾਂਦੇ ਆ। ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੁੰਦਾ ਕਿ ਤੁਹਾਡੀ ਫਾਈਲ ਫਿਲ ਕਰਨ ਦੇ ਵਿੱਚ ਤੁਹਾਨੂੰ ਕਿਸੇ ਨੇ ਅਸਿਸਟ ਕੀਤਾ ਹੈ, ਸਮਵਨ ਅਸਿਸਟਡ ਇਨ ਯੂਅਰ ਐਪਲੀਕੇਸ਼ਨ, ਤਾਂ ਉਹਦੇ ਵਿੱਚ ਜਨਰਲੀ ਲੋਕ ਨੋ ਕਰ ਦਿੰਦੇ ਆ। ਠੀਕ ਵੀ ਹੈ, ਜੇ ਆਪ ਤੁਸੀਂ ਫਾਈਲ ਲਾ ਰਹੇ ਹੋ, ਤੁਸੀਂ ਉਹਦੇ ਵਿੱਚ ਨੋ ਕਰਤਾ, ਕੋਈ ਪ੍ਰੋਬਲਮ ਨਹੀਂ ਹੈ। ਹੁਣ ਉਹਦੀ ਕਵਰਿੰਗ ਲੈਟਰ ਦੇ ਵਿੱਚ ਪਹਿਲੀ ਲਾਈਨ ਇਹ ਲਿਖੀ ਹੋਈ ਹੈ ਕਿ ਉਹਦੀ ਵਾਈਫ ਉਹਦੇ ਬਿਹਾਫ ਤੇ ਉਹਦੀ ਫਾਈਲ ਪੁੱਟ ਅਪ ਕਰ ਰਹੀ ਹੈ, ਜਦ ਕਿ ਉਹਦਾ ਯੂਜ਼ ਆਫ ਰਿਪਰੈਜ਼ੈਂਟੇਟਿਵ ਫਾਰਮ ਉਹਦੇ ਵਿੱਚ ਮੈਂਸ਼ਨ ਹੀ ਨਹੀਂ ਕੀਤਾ ਗਿਆ ਕਿ ਅਸੀਂ ਕੋਈ ਸਾਡੀ ਫਾਈਲ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਕੋਈ ਸਾਡੇ ਬਿਹਾਫ ਤੇ ਫਾਈਲ ਲਾ ਰਿਹਾ। ਪਹਿਲੀ ਗਲਤੀ। ਯੂਜ਼ ਆਫ ਰਿਪਰੈਜ਼ੈਂਟੇਟਿਵ ਫਾਰਮ 'ਚ ਕੁਝ ਨਹੀਂ ਹੁੰਦਾ, ਸਿਰਫ ਤੇ ਸਿਰਫ ਤੁਸੀਂ 2-3 ਚੀਜ਼ਾਂ ਮੈਂਸ਼ਨ ਕਰਨੀਆਂ ਹੁੰਦੀਆਂ। ਇੱਕ ਕੰਸੈਂਟ ਦੇਣਾ ਹੁੰਦਾ ਕਿ ਮੈਂ ਆਪਣਾ ਕੰਸੈਂਟ ਦੇ ਰਿਹਾ ਇਸ ਬੰਦੇ ਨੂੰ, ਇਹ ਮੇਰੀ ਫਾਈਲ ਦਾ ਸਾਰਾ ਕੁਝ ਮੇਰੇ ਬਿਹਾਫ ਤੇ ਇਨਫੋਰਮੇਸ਼ਨ ਰਿਸੀਵ ਵੀ ਕਰ ਸਕਦਾ ਤੇ ਮੇਰੇ ਕੋਲ ਇਨਫੋਰਮੇਸ਼ਨ ਦੇ ਵੀ ਸਕਦਾ। ਅਗਲੀ ਚੀਜ਼ ਉਹਦੇ 'ਚ ਜਿਹੜੀ ਸੈਕਿੰਡ ਚੀਜ਼ ਸਾਹਮਣੇ ਆਈ, ਬੈਂਕ ਦੀ ਜਿਹੜੀ ਪਾਸਬੁੱਕ ਹੈ, ਬੈਂਕ ਦੀ ਪਾਸਬੁੱਕ ਦੀ ਕਾਪੀ ਨਾਲ ਲੱਗੀ ਹੋਈ ਹੈ। ਪਾਸਬੁੱਕ ਤੇ ਆਪਣੀ ਸਾਰਿਆਂ ਦੀ ਪਾਸਬੁੱਕ ਦੇ ਉੱਪਰ ਫੋਟੋ ਲੱਗੀ ਹੁੰਦੀ ਹੈ। ਕਿਸੇ ਦੀ ਇੰਡੀਵਿਜੂਅਲ ਅਗਰ ਖਾਤਾ ਹੈ ਤਾਂ ਉਹਦੇ ਤੇ ਇੰਡੀਵਿਜੂਅਲ ਫੋਟੋ ਲੱਗੀ ਹੁੰਦੀ ਹੈ। ਹੁਣ ਉਹਨਾਂ ਦਾ ਸੀਗਾ ਜੁਆਇੰਟ ਅਕਾਊਂਟ, ਜੁਆਇੰਟ ਅਕਾਊਂਟ ਦੇ ਵਿੱਚ ਦੋਨਾਂ ਦੀ ਸਿੰਗਲ ਫੋਟੋ ਲੱਗੀ ਹੋਈ ਹੈ, ਜਦ ਕਿ ਹੋਣਾ ਕੀ ਚਾਹੀਦਾ ਸੀ, ਜਦੋਂ ਮੈਰਿਜ ਰਜਿਸਟਰ ਹੋਈ ਹੈ ਤਾਂ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਜਦੋਂ ਇੱਕ ਕੰਬਾਈਨ ਫੋਟੋ ਲੱਗੀ ਹੋਈ ਹੈ ਤਾਂ ਉਹ ਕੰਬਾਈਨ ਫੋਟੋ ਪਾਸਬੁੱਕ ਤੇ ਕਿਉਂ ਨਹੀਂ ਲਗਾ ਲਈ? ਸਿੰਗਲ ਫੋਟੋ ਲੱਗੀ ਹੈ ਤਾਂ ਕਿਤੇ ਨਾ ਕਿਤੇ ਉੱਥੋਂ ਵੀਜ਼ਾ ਆਫਿਸਰ ਨੂੰ ਇਹ ਡਾਊਟ ਹੁੰਦਾ ਹੈ ਕਿ ਸਿੰਗਲ ਫੋਟੋ ਲਗਾਈ ਹੈ ਤਾਂ ਹੋ ਸਕਦਾ ਹੈ ਕੋਈ ਮੈਨੀਪੂਲੇਸ਼ਨ ਹੈ। ਗੱਲ ਬਹੁਤ ਛੋਟੀ ਜੀ, ਬਟ ਛੋਟੀ ਗੱਲ ਵੀ ਡਾਊਟ ਕ੍ਰੀਏਟ ਕਰ ਸਕਦੀ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਸੀਗੀ ਉਹਦੇ ਵਿੱਚ ਉਹਦੀ ਫਾਈਲ ਦੇ ਵਿੱਚ 3-4 TT ਕਾਪੀਜ਼ ਮਤਲਬ ਮੈਂ ਤੁਹਾਨੂੰ ਕਹਾਂ ਕਿ ਉਹਦੇ 'ਚ ਉਹਨਾਂ ਨੇ ਟ੍ਰਾਂਜੈਕਸ਼ਨ ਦਾ ਪ੍ਰੂਫ ਦਿਖਾਇਆ ਹੋਇਆ ਸੀ। TT ਕਾਪੀਜ਼ ਦਿਖਾਈਆਂ ਸੀ ਕਿ ਇਹ ਪੈਸੇ ਮੈਂ ਤੁਹਾਨੂੰ ਉਸ ਕੈਂਡੀਡੇਟ ਦਾ ਨਾਮ ਦੱਸ ਦਿੰਦਾ ਪਹਿਲਾਂ, ਫਿਰ ਅੱਗੇ ਮੈਨੂੰ ਐਡਰੈਸ ਕਰਨਾ ਸੌਖਾ ਹੋਊਗਾ। ਹਰਜੀਤ ਸਿੰਘ ਉਹਦਾ ਸਟੂਡੈਂਟ ਦਾ ਨਾਮ ਹੈ, ਤੇ ਜਦੋਂ ਮੈਂ ਦੱਸਿਆ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਸੀ, ਤਾਂ ਹਰਜੀਤ ਸਿੰਘ ਇੱਧਰੋਂ ਸਪਾਊਸ ਵੀਜ਼ਾ ਅਪਲਾਈ ਕਰ ਰਿਹਾ ਸੀ। ਤਾਂ ਹੁਣ ਹਰਜੀਤ ਸਿੰਘ ਪੈਸੇ ਭੇਜ ਰਿਹਾ ਆਪਣੀ ਵਾਈਫ ਨੂੰ, ਹਰਮਨ ਉਹਦੀ ਵਾਈਫ ਦਾ ਨਾਮ ਹੈ, ਹਰਮਨ ਨੂੰ ਪੈਸੇ ਭੇਜ ਰਿਹਾ ਹਰਜੀਤ ਸਿੰਘ, ਪਰ ਉਹਦੇ ਵਿੱਚ ਕੋਈ ਵੀ ਰੀਜ਼ਨ ਮੈਂਸ਼ਨ ਨਹੀਂ ਕੀਤਾ ਕਿ ਕਿਉਂ ਪੈਸੇ ਭੇਜ ਰਿਹਾ। ਉਹ ਜਸਟ ਇੱਕ TT ਕਾਪੀ ਹੈ, TT ਹੋਈ ਹੈ ਪੌਲ ਮਰਚੈਂਟ ਤੋਂ, ਉਹਦੇ ਵਿੱਚ ਅਕਾਊਂਟ ਦੀ ਕੋਈ ਡਿਟੇਲ ਨਹੀਂ ਹੈ ਕਿ ਹਰਜੀਤ ਸਿੰਘ ਦੇ ਕਿਹੜੇ ਅਕਾਊਂਟ 'ਚੋਂ ਪੈਸੇ ਆ ਰਹੇ ਹਨ, ਔਰ ਨਾ ਹਰਜੀਤ ਸਿੰਘ ਦੇ ਉਸ ਅਕਾਊਂਟ ਦੀ ਨਾਲ ਸਟੇਟਮੈਂਟ ਲੱਗੀ ਹੈ ਜਿਹੜੀ ਕਿ ਇਹ ਸ਼ੋ ਕਰੇ ਕਿ ਇਸ ਅਕਾਊਂਟ ਦੇ ਵਿੱਚੋਂ ਪੈਸੇ ਨਿਕਲੇ ਤੇ ਹਰਮਨ ਦੇ ਅਕਾਊਂਟ ਦੇ ਵਿੱਚ ਗਏ ਹੈ। ਜਦਕਿ ਇਹ ਚੀਜ਼ ਲੱਗਣੀ ਕਿੱਦਾਂ ਚਾਹੀਦੀ ਸੀ, ਹਰਜੀਤ ਸਿੰਘ ਦਾ ਜਿਹੜਾ ਅਕਾਊਂਟ ਹੈ ਉਹਦੀ ਸਟੇਟਮੈਂਟ ਨਾਲ ਲੱਗਣੀ ਚਾਹੀਦੀ ਸੀ। ਜਿਹੜੀ ਅਕਾਊਂਟ ਦੇ ਵਿੱਚੋਂ ਐਂਟਰੀ ਹੋਈ ਹੈ ਉਹ ਐਂਟਰੀ ਹਾਈਲਾਈਟ ਕਰਨੀ ਚਾਹੀਦੀ ਸੀ, ਹਾਈਲਾਈਟ ਕਰਨ ਤੋਂ ਬਾਅਦ ਉਹ ਸਟੇਟਮੈਂਟ ਨਾਲ ਲੱਗਣੀ ਚਾਹੀਦੀ ਸੀ, ਤਾਂ ਕਿ ਇਹ ਚੀਜ਼ ਸ਼ੋ ਹੋ ਜਾਂਦੀ ਕਿ ਇਸ ਅਕਾਊਂਟ 'ਚੋਂ ਪੈਸੇ ਨਿਕਲ ਕੇ ਹਰਮਨ ਦੇ ਅਕਾਊਂਟ ਦੇ ਵਿੱਚ ਗਏ ਹੈ ਵਾਇਆ ਚਾਹੇ ਪੌਲ ਮਰਚੈਂਟ ਗਏ। ਸੋ ਇਹ ਵੀ ਇੱਕ ਗਲਤੀ ਸੀ। ਉਸ ਤੋਂ ਬਾਅਦ ਉਹਦੇ ਕੇਸ ਦੇ ਵਿੱਚ ਇਹ ਚੀਜ਼ ਲਿਖੀ ਹੋਈ ਸੀ ਕਿ ਉਹਦੇ ਫਾਦਰ ਦੇ ਨਾਲ ਜੁਆਇੰਟ ਅਕਾਊਂਟ ਸੀ, ਤੇ ਜਿਹੜਾ ਜੁਆਇੰਟ ਅਕਾਊਂਟ ਉਹਦੇ ਫਾਦਰ ਨਾਲ ਸੀਗਾ 10 ਲੱਖ ਰੁਪਇਆ ਉਹਦੇ ਵਿੱਚ ਪਿਆ ਸੀ। ਹੁਣ ਹਰਜੀਤ ਸਿੰਘ ਇਹ ਸੋਚ ਕੇ ਚੱਲ ਰਿਹਾ ਕਿ ਮੇਰੇ ਅਕਾਊਂਟ ਦੇ ਵਿੱਚ ਤਾਂ 10 ਲੱਖ ਪਿਆ, ਪਰ ਜਦੋਂ ਵੀਜ਼ਾ ਆਫਿਸਰ ਉਹਦੀ ਫਾਈਲ ਚੈੱਕ ਕਰਦਾ ਹੈ ਤਾਂ ਉਹ ਦੇਖਦਾ ਹੈ ਕਿ ਉਹ 10 ਲੱਖ ਰੁਪਇਆ ਉਹਦੇ ਜੁਆਇੰਟ ਅਕਾਊਂਟ 'ਚ ਪਿਆ, ਜਿਹੜਾ ਜੁਆਇੰਟ ਅਕਾਊਂਟ ਉਹਦੇ ਫਾਦਰ ਨਾਲ ਹੈ। ਤਾਂ ਉਹਦਾ 10 ਲੱਖ ਦੇ ਵਿੱਚੋਂ 10 ਲੱਖ ਤਾਂ ਹਰਜੀਤ ਸਿੰਘ ਦਾ ਮੰਨਿਆ ਨਹੀਂ ਜਾ ਸਕਦਾ, ਕਿਉਂਕਿ ਉਹਦੇ ਫਾਦਰ ਦੇ ਵੀ ਆਪਣੇ ਕੁਝ ਖਰਚੇ ਹੈ, ਫਾਦਰ ਨੇ ਫੈਮਿਲੀ ਦੀ ਟੇਕ ਕੇਅਰ ਕਰਨੀ ਹੈ, ਤਾਂ ਉਹਦੇ 'ਚੋਂ ਹਰਜੀਤ ਸਿੰਘ ਦਾ ਬੈਲੈਂਸ ਹਰਜੀਤ ਸਿੰਘ ਮੰਨ ਕੇ ਚੱਲ ਰਿਹਾ ਕਿ ਮੇਰੇ ਕੋਲ 10 ਲੱਖ ਪਿਆ, ਜਦਕਿ ਐਮਬੈਸੀ ਦੀ ਨਜ਼ਰ 'ਚ ਉਹਦੇ ਕੋਲ 5 ਲੱਖ ਪਿਆ। ਇਹ ਜੀ ਇੱਕ ਵੱਡੀ ਗਲਤੀ ਹੈ। ਤੇ ਇਸ ਤੋਂ ਬਾਅਦ ਜਿਹੜੀ ਚੀਜ਼ ਇੱਕ ਸਾਰੇ ਕੇਸ ਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਨਿਕਲ ਕੇ ਸਾਹਮਣੇ ਆਈ ਕਿ ਅਕਤੂਬਰ ਦੇ ਵਿੱਚ ਜਾਂ ਨਵੰਬਰ ਦੇ ਵਿੱਚ ਉਹਦੇ ਵਾਈਫ ਗਏ ਆ, ਤਾਂ ਉਹਨਾਂ ਨੇ ਜਿਹੜੀ ਅਪਲਾਈ ਕੀਤੀ ਹੈ ਫਾਈਲ ਉਹ ਫੈਬਰੂਰੀ ਦੇ ਵਿੱਚ ਅਪਲਾਈ ਕੀਤੀ ਹੈ। ਜਨਵਰੀ 1 ਤੱਕ ਹਰਜੀਤ ਸਿੰਘ ਦਾ ਜਿਹੜਾ ਇੰਡੀਵਿਜੂਅਲ ਅਕਾਊਂਟ ਸੀ ਉਹਦਾ ਬੈਲੈਂਸ ਔਨ ਐਨ ਐਵਰੇਜ 40,000 ਰੁਪਏ ਸੀ।
40,000 ਉਹਦੇ ਵਿੱਚ ਤਕਰੀਬਨ ਪਿਆ ਰਹਿੰਦਾ ਸੀ ਅਗਰ ਪਿਛਲੇ 6 ਮਹੀਨੇ ਦੀਆਂ ਐਂਟਰੀਆਂ ਦੇਖੀਆਂ ਜਾਣ ਤਾਂ। ਜਨਵਰੀ 1 ਤੋਂ ਲੈ ਕੇ 31 ਜਨਵਰੀ ਤੱਕ ਉਹਦੇ ਅਕਾਊਂਟ ਦੇ ਵਿੱਚ ਐਂਟਰੀਜ਼ ਕਰਦੇ ਇੱਕੋ ਮਹੀਨੇ ਦੇ ਵਿੱਚ 5.5 ਲੱਖ ਦੀਆਂ ਐਂਟਰੀਜ਼ ਤੇ ਉਹਦੇ ਅਕਾਊਂਟ ਦਾ ਬੈਲੈਂਸ 40,000 ਤੋਂ ਵੱਧ ਕੇ 5.5 ਲੱਖ ਹੋ ਗਿਆ। ਕਿਆ ਵੀਜ਼ਾ ਆਫਿਸਰ ਨੂੰ ਇਹ ਚੀਜ਼ ਸਮਝ ਨਹੀਂ ਆ ਰਹੀ ਕਿ ਇਹ ਬੈਲੈਂਸ ਇੱਕੋਦਮ ਜਿਹੜਾ ਵਧਾਇਆ ਜਾ ਰਿਹਾ ਹੈ, ਇਹ ਵੀਜ਼ਾ ਲੈਣ ਲਈ ਵਧਾਇਆ ਜਾ ਰਿਹਾ? ਸੋ ਇਹ ਗਲਤੀ ਪਲੀਜ਼ ਤੁਸੀਂ ਨਾ ਕਰਿਓ। ਉਸ ਤੋਂ ਬਾਅਦ ਜਿਹੜਾ ਜਿੱਦਾਂ ਅਸੀਂ ਗੱਲ ਕਰਦੇ ਹੁੰਦੇ ਕਿ ਮੈਰਿਜ ਦੀ ਜੈਨੂਇਨਿਟੀ ਕਿੱਦਾਂ ਚੈੱਕ ਹੁੰਦੀ ਹੈ, ਮੈਰਿਜ ਦੀ ਜੈਨੂਇਨਿਟੀ ਤੇ ਵੀ ਉਹਨਾਂ ਨੇ ਕੁਐਸਚਨ ਅਰਾਈਜ਼ ਕੀਤਾ। ਸਿਰਫ ਤੇ ਸਿਰਫ ਉਹਦੀ ਮੈਰਿਜ ਦੀਆਂ 5 ਫੋਟੋਗ੍ਰਾਫਸ ਲੱਗੀਆਂ ਹੋਈਆਂ ਸੀ, 5 ਫੋਟੋਗ੍ਰਾਫ ਤੇ ਮੈਰਿਜ ਸਰਟੀਫਿਕੇਟ। ਇਸ ਤੋਂ ਇਲਾਵਾ ਕੋਈ ਪ੍ਰੂਫ ਉਹਦੀ ਫਾਈਲ ਦੇ ਵਿੱਚ ਨਹੀਂ ਲੱਗਿਆ ਸੀ, ਜਿਹੜੀ ਸਭ ਤੋਂ ਵੱਡੀ ਗਲਤੀ ਹੈ। ਹੁਣ ਹੋਣਾ ਕੀ ਚਾਹੀਦਾ ਸੀ? ਕਈ ਲੋਕ ਇੱਥੇ ਇਹ ਕਹਿ ਦਿੰਦੇ ਕਿ ਜੀ ਇੱਕ ਰੀਜ਼ਨ ਦਿੰਦੇ ਆ ਬੜਾ ਕਿ 5 ਫੋਟੋਗ੍ਰਾਫਸ ਇਸ ਕਰਕੇ ਘੱਟ ਲਾਈਆਂ ਜਾਂਦੀਆਂ ਕਿ ਫਾਈਲ ਦਾ ਜਿਹੜਾ ਸਾਈਜ਼ ਹੁੰਦਾ ਉਹ ਸਿਰਫ 4 MB ਦਾ ਹੁੰਦਾ, 4 MB ਦੀ ਫਾਈਲ ਹੀ ਅਪਲੋਡ ਹੋ ਸਕਦੀ। ਨੋ ਡਾਊਟ ਫਾਈਲ ਦਾ ਸਾਈਜ਼ 4 MB ਤੋਂ ਵੱਡਾ ਨਹੀਂ ਹੋ ਸਕਦਾ, ਪਰ 4 MB ਦੇ ਵਿੱਚ ਵੀ ਬਹੁਤ ਸਾਰੀਆਂ ਫੋਟੋਗ੍ਰਾਫਸ, ਮੈਂ ਕਹਿੰਦਾ ਕਿ ਚਾਹੇ ਤੁਸੀਂ 100 ਫੋਟੋਗ੍ਰਾਫਸ ਲਗਾ ਲਓ, ਪਰ ਤੁਹਾਨੂੰ ਲਗਾਉਣੀਆਂ ਆਉਣੀਆਂ ਚਾਹੀਦੀਆਂ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਫੋਟੋਆਂ ਲੱਗਦੀਆਂ ਕਿੱਦਾਂ। 5 ਫੋਟੋਗ੍ਰਾਫਸ, 5 ਦੇ ਵਿੱਚੋਂ 3 ਫੋਟੋਗ੍ਰਾਫ ਸੀਗੀਆਂ ਆਨੰਦ ਕਾਰਜ ਹੁੰਦੇ ਦੀਆਂ, 2 ਫੋਟੋਗ੍ਰਾਫ ਸੀਗੀਆਂ, ਇੱਕ ਦੇ ਵਿੱਚ ਕੁੜੀ ਦੇ ਪੈਰੈਂਟਸ ਪਿੱਛੇ ਖੜੇ ਆਸ਼ੀਰਵਾਦ ਦੇ ਰਹੇ ਆ, ਦੂਜੇ ਦੇ ਵਿੱਚ ਮੁੰਡੇ ਦੇ ਪੈਰੈਂਟਸ ਪਿੱਛੇ ਖੜੇ ਆਸ਼ੀਰਵਾਦ ਦੇ ਰਹੇ ਆ। ਜਦਕਿ ਉਹਦੀ ਅਗਰ ਐਲਬਮ ਦੇਖਦੇ ਆ ਤਾਂ ਉਹਦੇ ਵਿੱਚ 400-500 ਬੰਦੇ ਦਾ ਇਕੱਠ ਸੀ। ਪਬਲਿਕ ਗੈਦਰਿੰਗ ਕਿਤੇ ਵੀ ਦਿਖਾਈ ਨਹੀਂ ਗਈ, ਕੋਈ ਮੈਰਿਜ ਦੀ ਸੈਰੇਮਨੀ ਨਹੀਂ ਦਿਖਾਈ ਗਈ, ਕੋਈ ਮੈਰਿਜ ਤੋਂ ਪਹਿਲਾਂ ਵਾਲਾ ਕੋਈ ਚੀਜ਼ ਨਹੀਂ ਦਿਖਾਈ ਗਈ। ਚੈਟ ਹਿਸਟਰੀ ਦੇ ਨਾਮ ਤੇ ਸਿਰਫ WhatsApp ਦੀ ਚੈਟ ਲਗਾਈ ਗਈ, ਕੋਈ ਕਾਲ ਦੀਆਂ ਡਿਟੇਲਸ ਉਹਦੇ ਨਾਲ ਅਟੈਚ ਨਹੀਂ ਹੈ, ਕੋਈ ਵੀਡੀਓ ਕਾਲ ਦੇ ਸਕਰੀਨਸ਼ਾਟ ਉਹਦੇ ਨਾਲ ਨਹੀਂ ਲਗਾਏ ਗਏ। ਔਰ ਉਸ ਤੋਂ ਵੀ ਵੱਡੀ ਗੱਲ, ਪ੍ਰੂਫ ਦੇ ਨਾਮ ਤੇ ਸਿਰਫ ਇੱਕ ਮੈਰਿਜ ਸਰਟੀਫਿਕੇਟ ਲਗਾਇਆ ਗਿਆ, ਜਦਕਿ ਪ੍ਰੂਫ ਉਹਦੀ ਵਾਈਫ ਦੇ ਆਧਾਰ ਕਾਰਡ, ਹਰਮਨ ਦੇ ਜਿਹੜਾ ਆਧਾਰ ਕਾਰਡ ਸੀ ਉਹਦੇ ਤੇ ਹਰਜੀਤ ਦਾ ਨਾਮ ਅਪਡੇਟ ਹੋ ਕੇ ਆ ਚੁੱਕਿਆ ਹੋਇਆ ਸੀ, ਉਹਨਾਂ ਕੋਲ ਸੀ ਪ੍ਰੂਫ। ਵੋਟਰ ਕਾਰਡ ਵੀ ਹਰਜੀਤ ਦੇ ਐਡਰੈਸ ਦਾ ਬਣਿਆ ਹੋਇਆ ਸੀ, ਹਰਜੀਤ ਸਿੰਘ ਦੇ ਐਡਰੈਸ ਦਾ, ਤੇ ਡਰਾਈਵਿੰਗ ਲਾਇਸੈਂਸ ਵੀ ਉਹਨਾਂ ਨੇ ਚੇਂਜ ਕਰਵਾ ਲਿਆ ਸੀ, ਜਦਕਿ ਉਹ ਪ੍ਰੂਫ ਨਾਲ ਲਗਾਏ ਨਹੀਂ ਗਏ। ਹੁਣ ਇਹ ਤੁਸੀਂ ਫਾਈਲ ਲਗਾਉਣ ਵਾਲੇ ਦੀ ਅਣਗਹਿਲੀ ਕਹਿ ਲਓ ਜਾਂ ਇਹਨਾਂ ਨੇ ਫਾਈਲ ਪ੍ਰੋਪਰਲੀ ਚੈੱਕ ਨਹੀਂ ਕੀਤੀ, ਬਟ ਜੋ ਰਿਜ਼ਲਟ ਹੈ, ਇੱਕ ਨੈਗੇਟਿਵ ਰਿਜ਼ਲਟ ਹੈ ਜਾਂ ਇੱਕ ਰਿਫਿਊਜ਼ਲ ਤਾਂ ਫੇਸ ਇਹਨਾਂ ਨੂੰ ਕਰਨੀ ਪਈ ਨਾ। ਜਦਕਿ ਇਹੀ ਫਾਈਲ ਅਗਰ ਪ੍ਰੋਪਰ ਤਰੀਕੇ ਨਾਲ ਲਗਾਈ ਗਈ ਹੁੰਦੀ ਤਾਂ ਟਾਈਮਲੀ ਉਹਨੇ ਉੱਥੇ ਪਹੁੰਚ ਜਾਣਾ ਸੀ, ਬਟ ਹਲੇ ਉਹ ਹੁਣ ਆਪਣੇ ਵੀਜ਼ੇ ਦੀ ਵੇਟ ਕਰ ਰਿਹਾ। ਇੱਕ ਚੀਜ਼ ਹੋਰ ਇਸ ਕੇਸ ਤੋਂ ਨਿਕਲ ਕੇ ਸਾਹਮਣੇ ਆਈ, ਇਨਕਮ ਟੈਕਸ ਰਿਟਰਨਸ ਨੂੰ ਲੈ ਕੇ। ਜਦੋਂ ਟੈਲੀਫੋਨ ਤੇ ਮੇਰੀ ਹਰਜੀਤ ਨਾਲ ਗੱਲ ਹੋਈ ਸੀ ਤਾਂ ਉਹਨੇ ਮੈਨੂੰ ਦੱਸਿਆ ਸੀ ਕਿ ਮੇਰੀ ਇਨਕਮ ਵਧੀਆ ਇਨਕਮ ਹੈ, ਮੇਰੀ 7-8 ਲੱਖ ਦੀ ਇਨਕਮ ਹੈਗੀ ਹੈ ਐਨੂਅਲ। ਤੇ ਜਦੋਂ ਉਹਨੇ ਮੈਨੂੰ ਇਨਕਮ ਟੈਕਸ ਰਿਟਰਨਸ ਭੇਜੀਆਂ ਤਾਂ ਉਹਦੀ ਇਨਕਮ ਟੈਕਸ ਰਿਟਰਨ ਦੇਖ ਕੇ ਮੈਂ ਹੀ ਹੈਰਾਨ ਰਹਿ ਗਿਆ ਕਿ ਇਨਕਮ ਟੈਕਸ ਰਿਟਰਨ ਉਹਦੀ 2018-19 ਦੀ 2,40,000 ਦੀ ਇਨਕਮ ਟੈਕਸ ਰਿਟਰਨ ਸੀ, ਤੇ ਜਿਹੜੀ 2019 ਦੀ ਇਨਕਮ ਟੈਕਸ ਰਿਟਰਨ ਹੈ ਉਹ 2,65,000 ਦੀ ਇਨਕਮ ਟੈਕਸ ਰਿਟਰਨ ਸੀ। ਹੁਣ ਉਹ ਇਸ ਚੀਜ਼ ਨੂੰ ਮਿਸਅੰਡਰਸਟੂਡ ਕਿੱਦਾਂ ਕਰ ਰਿਹਾ ਸੀ, ਉਹਨੂੰ ਗਲਤਫਹਿਮੀ ਸੀ। ਬੇਸਿਕਲੀ ਉਹਦੇ ਅਕਾਊਂਟ ਦੇ ਵਿੱਚ ਜਿਹੜੇ ਟੋਟਲ ਪੇਮੈਂਟ ਰਿਸੀਵ ਹੋਈਆਂ ਸੀ ਸਾਲ 2018-19 ਦੇ ਵਿੱਚ, ਉਹ ਤਕਰੀਬਨ 7-8 ਲੱਖ ਦੀਆਂ ਸੀਗੀਆਂ। ਹੁਣ ਉਹ ਸਮਝ ਕੇ ਚੱਲ ਰਿਹਾ ਸੀ ਉਹ ਸਾਰੀ ਉਹਦੀ ਇਨਕਮ ਹੈ, ਜਦਕਿ ਜਦੋਂ ਉਹਦੇ CA ਨੇ, ਉਹਦੇ ਅਕਾਊਂਟੈਂਟ ਨੇ ਉਹਦੀ ਇਨਕਮ ਕੈਲਕੂਲੇਟ ਕੀਤੀ ਇਨਕਮ ਟੈਕਸ ਰਿਟਰਨ ਭਰਨ ਦੇ ਲਈ, ਤਾਂ ਹੁਣ ਐਗਜ਼ਾਮਪਲ ਦੇ ਤੌਰ ਤੇ ਆਪਾਂ ਮੰਨ ਲੈਂਦੇ ਹਾਂ ਕਿ ਉਹਦਾ ਕੋਈ ਇੱਕ ਬੰਦਾ ਕਰਿਆਨੇ ਦਾ ਬਿਜ਼ਨਸ ਕਰਦਾ ਹੈ, ਤਾਂ ਕਰਿਆਨੇ ਦੇ ਬਿਜ਼ਨਸ ਦੇ ਵਿੱਚ ਉਹਨੇ ਦਿਖਾਇਆ ਕਿ ਮੇਰੇ ਕੋਲੇ ਸਾਲ 2018-19 ਦੇ ਵਿੱਚ 10 ਲੱਖ ਰੁਪਈਆ ਮੇਰੇ ਅਕਾਊਂਟ ਦੇ ਵਿੱਚ ਆਇਆ, ਤਾਂ ਉਸ 10 ਲੱਖ ਨੂੰ ਅਸੀਂ ਉਹਦੀ ਇਨਕਮ ਨਹੀਂ ਮੰਨ ਸਕਦੇ, ਕਿਉਂਕਿ ਉਹਨੇ 10 ਲੱਖ ਦੇ ਵਿੱਚੋਂ ਉਹਦਾ ਜਿਹੜਾ ਪ੍ਰੋਫਿਟ ਹੈ ਉਹ ਉਹਦੀ ਇਨਕਮ ਹੈ। ਉਹਦੇ ਵਿੱਚੋਂ ਉਹਨੇ ਖਰਚੇ ਵੀ ਕਰਨੇ, ਜੇ ਉਹਨੇ ਕੋਈ ਬੰਦਾ ਰੱਖਿਆ ਹੋਇਆ ਉਹਦੀ ਉਹਨੇ ਸੈਲਰੀ ਵੀ ਦੇਣੀ ਹੈ, ਦੁਕਾਨ ਦਾ ਉਹਨੇ ਬਿੱਲ ਵੀ ਪੇ ਕਰਨਾ ਹੈ, ਦੁਕਾਨ ਦਾ ਉਹਨੇ ਰੈਂਟ ਵੀ ਪੇ ਕਰਨਾ ਹੈ, ਤੇ ਵੱਡੀ ਗੱਲ ਜਿਹੜਾ ਦੁਕਾਨ 'ਚ ਉਹਨੇ ਸਮਾਨ ਪਾਇਆ ਹੋਇਆ ਉਹ ਸਮਾਨ ਵੀ ਤਾਂ ਕਿੱਥੋਂ ਆਉਣਾ, ਉਹ ਸਮਾਨ ਦਾ ਵੀ ਖਰਚਾ ਹੋਣਾ। ਸੋ ਜਿਹੜੀ ਟੋਟਲ ਉਹਦੇ ਅਕਾਊਂਟ ਦੇ ਵਿੱਚ ਆਏ ਹੋਏ ਪੈਸੇ, ਉਹਨਾਂ ਦੇ ਵਿੱਚੋਂ ਉਹਦੇ ਖਰਚੇ ਮਾਈਨਸ ਕਰਕੇ ਜੋ ਪਿੱਛੇ ਬਚਦਾ ਉਹ ਉਹਦੀ ਇਨਕਮ ਸੀ। ਉਹ ਆਪਣੇ ਵੱਲੋਂ ਸਮਝ ਰਿਹਾ ਸੀ ਕਿ ਉਹਦੀ ਇਨਕਮ 7-8 ਲੱਖ ਦੀ ਸੀ, ਬਟ ਇਨਕਮ ਟੈਕਸ ਰਿਟਰਨ ਦੇ ਹਿਸਾਬ ਨਾਲ ਉਹਦੀ ਇਨਕਮ ਸਾਰੀ 2,40,000 ਦੀ 18-19 ਦੀ ਸੀ ਤੇ 2,65,000 ਦੀ 19-20 ਦੀ ਸੀ। ਤੇ ਜਿਸ ਕਰਕੇ ਅੰਬੈਸੀ ਨੂੰ ਇਸ ਚੀਜ਼ ਤੇ ਵੀ ਡਾਊਟ ਹੋਇਆ ਕਿ ਜਿਹੜਾ ਬੰਦਾ ਲਾਸਟ ਈਅਰ ਦੇ ਵਿੱਚ 2,65,000 ਇੱਕ ਸਾਲ ਦਾ ਕਮਾ ਰਿਹਾ ਹੈ, ਤਾਂ ਉਹਨੇ ਇੱਕੋ ਮਹੀਨੇ ਦੇ ਵਿੱਚ ਆਪਣੇ ਅਕਾਊਂਟ ਦੇ ਵਿੱਚ 5-5.5 ਲੱਖ ਦੀਆਂ ਐਂਟਰੀਆਂ ਕਿਸ ਹਿਸਾਬ ਨਾਲ ਕਰ ਲਈਆਂ। ਸੋ ਇਸ ਚੀਜ਼ ਦੀ ਵੀ ਕੋਈ ਕਲੈਰੀਫਿਕੇਸ਼ਨ ਨਹੀਂ ਸੀ। ਇਸ ਕਰਕੇ ਇਹ ਵੀ ਇੱਕ ਵੱਡਾ ਕਾਰਨ ਬਣਿਆ ਉਹਦੇ ਵੀਜ਼ਾ ਰਿਫਿਊਜ਼ ਹੋਣ ਦਾ। ਸੋ ਇਹ ਸਾਡਾ ਅੱਜ ਦਾ ਕੇਸ ਸੀਗਾ, ਤੇ ਤੁਹਾਨੂੰ ਅਗਰ ਵੀਡੀਓ ਦੇ ਵਿੱਚ
ਤੁਹਾਨੂੰ ਥੋੜੀ ਬਹੁਤ ਵੀ ਅਸੀਂ ਕਹਿੰਦੇ ਇੱਕ ਬੰਦੇ ਨੂੰ ਵੀ ਅਗਰ ਇਨਫੋਰਮੇਸ਼ਨ ਵੀਡੀਓ ਦੇ ਵਿੱਚੋਂ ਕੋਈ ਮਿਲੀ ਹੈ, ਉਹਨੂੰ ਲੱਗਦਾ ਹੈ ਕਿ ਇਹ ਵੀਡੀਓ ਉਹਦੇ ਲਈ ਇਨਫੋਰਮੇਟਿਵ ਹੈ, ਉਹਦਾ ਕੋਈ ਅੱਗੇ ਇਸ ਵੀਡੀਓ ਨਾਲ ਫਾਇਦਾ ਹੋ ਸਕਦਾ ਹੈ, ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਆਉਣ ਵਾਲੀਆਂ ਵੀਡੀਓਜ਼ ਦੇ ਲਈ ਸਾਡਾ ਚੈਨਲ ਤੁਸੀਂ ਪਲੀਜ਼ ਸਬਸਕ੍ਰਾਈਬ ਕਰ ਲਿਓ। ਔਰ ਡੇਲੀ ਈਵਨਿੰਗ ਦੇ ਵਿੱਚ ਅਸੀਂ 9 ਵਜੇ ਅਸੀਂ ਹਰ ਰੋਜ਼ ਇੱਕ ਨਵਾਂ ਕੇਸ ਲੈ ਕੇ, ਇੱਕ ਨਵਾਂ ਪ੍ਰੋਫਾਈਲ ਲੈ ਕੇ ਤੁਹਾਡੇ ਨਾਲ ਅਸੀਂ ਤੁਹਾਡੇ ਰੂਬਰੂ ਹੁੰਦੇ ਰਹਾਂਗੇ ਤੇ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਹਾਂਗੇ। ਤਦ ਤੱਕ ਦੇ ਲਈ ਧੰਨਵਾਦ।